ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਬੱਚਿਓ, ਅੱਜ ਆਪਾਂ ਚੌਥੀ ਜਮਾਤ ਦੀ ਪਹਿਲੀ ਸਾਖੀ, ਜਿਸ ਦਾ ਨਾਮ ਹੈ ਦੁਨੀ ਚੰਦ ਦਾ ਨਿਸਤਾਰਾ, ਪੜ੍ਹਨ ਜਾ ਰਹੇ ਹਾਂ। ਇਹ ਸਾਖੀ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਵਹਿਮ ਭਰਮਾਂ ਵਿੱਚੋਂ ਕੱਢਦੇ ਹੋਏ ਘੁੰਮਦੇ ਘੁਮਾਉਂਦੇ ਲਾਹੌਰ ਪਹੁੰਚੇ ਸਨ ਅਤੇ ਉੱਥੇ ਉਹਨਾਂ ਨੇ ਦੁਨੀ ਚੰਦ ਨਾਂ ਦੇ ਇੱਕ ਵਿਅਕਤੀ ਦਾ ਨਿਸਤਾਰਾ ਕਰਨਾ ਸੀ। ਦੁਨੀ ਚੰਦ ਨਾਂ ਦੇ ਵਿਅਕਤੀ ਨੂੰ ਉਸ ਦੇ ਵਹਿਮ ਵਿੱਚੋਂ ਬਾਹਰ ਕੱਢਣਾ ਸੀ। ਆਓ ਰਲ ਮਿਲ ਸਾਖੀ ਪੜ੍ਹੀਏ। ਇਸ ਸਾਖੀ ਦਾ ਨਾਮ ਹੈ ਦੁਨੀ ਚੰਦ ਦਾ ਨਿਸਤਾਰਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਕਰਮ ਕਾਂਡਾਂ ਅਤੇ ਵਿਸ਼ੇ ਵਿਕਾਰਾਂ ਦੀ ਦਲਦਲ ਵਿੱਚੋਂ ਕੱਢ ਕੇ ਪਵਿੱਤਰ ਜੀਵਨ ਬਿਤਾਉਣ ਅਤੇ ਸੱਚੇ ਪ੍ਰਭੂ ਦੇ ਨਾਲ ਜੁੜਨ ਦੇ ਉਦੇਸ਼ ਨਾਲ ਆਪਣੀਆਂ ਉਦਾਸੀਆਂ ਸ਼ੁਰੂ ਕੀਤੀਆਂ ਸਨ। ਆਪਣੇ ਇਸ ਉਦੇਸ਼ ਦੀ ਪ੍ਰਾਪਤੀ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਫਿਰਦੇ ਫਿਰਾਉਂਦੇ ਲਾਹੌਰ ਪਹੁੰਚੇ। ਉੱਥੇ ਦੁਨੀ ਚੰਦ ਨਾਂ ਦਾ ਇੱਕ ਧਨਾੜ ਵਿਅਕਤੀ ਰਹਿੰਦਾ ਸੀ। ਧਨਾੜ ਮੀਨਸ ਧਨੀ ਵਿਅਕਤੀ ਰਹਿੰਦਾ ਸੀ। ਹਿੰਦੂ ਧਰਮ ਦੇ ਕਰਮ ਕਾਂਡਾਂ ਅਨੁਸਾਰ ਉਹ ਆਪਣੇ ਪਿਤਾ ਦਾ ਸ਼ਰਾਧ ਕਰ ਰਿਹਾ ਸੀ। ਉਸਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਪ੍ਰਸ਼ਾਦਾ ਛਕਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਉਸਨੂੰ ਕਿਹਾ, ਤੁਸੀਂ ਪਹਿਲਾਂ ਆਏ ਬ੍ਰਾਹਮਣਾਂ ਅਤੇ ਸਾਧੂ ਸੰਤਾਂ ਨੂੰ ਭੋਜਨ ਛਕਾਓ, ਅਸੀਂ ਬਾਅਦ ਵਿੱਚ ਆਰਾਮ ਨਾਲ ਭੋਜਨ ਛਕਾਂਗੇ। ਦੁਨੀ ਚੰਦ ਨੇ ਇਸ ਭਾਵਨਾ ਨਾਲ ਕਿ ਇਹ ਸਾਰੇ ਪਦਾਰਥ ਉਸਦੇ ਪਿਤਾ ਜੀ ਨੂੰ ਪਰਲੋਕ ਵਿੱਚ ਪਹੁੰਚ ਜਾਣਗੇ, ਬ੍ਰਾਹਮਣਾਂ ਅਤੇ ਆਏ ਸਾਧੂ ਸੰਤਾਂ ਨੂੰ ਵਧੀਆ ਵਧੀਆ ਭੋਜਨ ਛਕਾਏ, ਕੀਮਤੀ ਵਸਤਰ ਦਿੱਤੇ ਤੇ ਦਸ਼ਨਾ ਦੇ ਰੂਪ ਵਿੱਚ ਬਹੁਤ ਸਾਰੀ ਮਾਇਆ ਵੀ ਦਿੱਤੀ। ਸਾਰੇ ਬ੍ਰਾਹਮਣਾਂ ਅਤੇ ਸਾਧੂ ਸੰਤਾਂ ਨੂੰ ਭੋਜਨ ਛਕਾਉਣ ਤੋਂ ਬਾਅਦ ਵਿਹਲਾ ਹੋ ਕੇ ਉਹ ਦੁਬਾਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਕੋਲ ਆਇਆ ਅਤੇ ਗੁਰੂ ਜੀ ਨੂੰ ਫਿਰ ਭੋਜਨ ਛਕਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਦੁਨੀ ਚੰਦ ਦੇ ਅੰਦਰ ਦੀ ਭਾਵਨਾ ਜਾਣੀ, ਜੋ ਉਹ ਸਮਝ ਰਿਹਾ ਸੀ ਕਿ ਸਭ ਪਦਾਰਥ ਉਸਦੇ ਪਿਤਾ ਨੂੰ ਪਰਲੋਕ ਵਿੱਚ ਪਹੁੰਚ ਗਏ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਉਸ ਦਾ ਇਹ ਭਰਮ ਦੂਰ ਕਰਨ ਲਈ ਉਸਨੂੰ ਪੁੱਛਣ ਲੱਗੇ, ਦੁਨੀ ਚੰਦ, ਕੀ ਤੇਰਾ ਪਿਤਾ ਰੱਜ ਗਿਆ ਹੈ? ਕੀ ਤੇਰੇ ਵੱਲੋਂ ਬ੍ਰਾਹਮਣਾਂ ਨੂੰ ਦਿੱਤੇ ਸਾਰੇ ਪਦਾਰਥ ਤੇਰੇ ਪਿਤਾ ਨੂੰ ਪਹੁੰਚ ਗਏ ਹਨ? ਅਗਿਆਨਤਾ ਦੇ ਹਨੇਰੇ ਕਾਰਨ ਕਰਮ ਕਾਂਡਾਂ ਵਿੱਚ ਪਿਆ ਹੋਇਆ ਦੁਨੀ ਚੰਦ ਆਖਣ ਲੱਗਾ, ਜੀ ਹਾਂ, ਬ੍ਰਾਹਮਣਾਂ ਅਤੇ ਸਭ ਸਾਧੂ ਸੰਤਾਂ ਨੂੰ ਚੰਗੀ ਤਰ੍ਹਾਂ ਰਜਾਇਆ ਹੈ ਅਤੇ ਉਹਨਾਂ ਨੂੰ ਚੰਗੀ ਦਸ਼ਨਾ ਵੀ ਦਿੱਤੀ ਹੈ। ਉਹ ਸਭ ਸਾਰੇ ਪੂਰੇ ਖੁਸ਼ ਹੋ ਗਏ ਹਨ ਅਤੇ ਕਹਿੰਦੇ ਹਨ ਕਿ ਮੇਰੇ ਪਿਤਾ ਜੀ ਕੋਲ 1 ਸਾਲ ਜੋਗਾ ਰਾਸ਼ਨ ਇਕੱਠਾ ਹੋ ਗਿਆ ਹੈ। ਗੁਰੂ ਜੀ, ਦੁਨੀ ਚੰਦ ਜੀ, ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਭੋਜਨ ਪਿਆ ਤਾਂ ਬ੍ਰਾਹਮਣਾਂ ਦੇ ਢਿੱਡਾਂ ਵਿੱਚ, ਪਰ ਪਹੁੰਚ ਗਿਆ ਤੇਰੇ ਪਿਤਾ ਜੀ ਨੂੰ, ਇਹ ਭਲਾ ਕਿਵੇਂ? ਦੁਨੀ ਚੰਦ ਕੋਲ ਗੁਰੂ ਜੀ ਦੇ ਇਸ ਤਰਕ ਦਾ ਕੋਈ ਜਵਾਬ ਨਹੀਂ ਸੀ ਅਤੇ ਉਹ ਚੁੱਪ ਖੜਾ ਸੀ। ਗੁਰੂ ਸਾਹਿਬ ਦੁਨੀ ਚੰਦ ਨੂੰ ਅਸਲ ਕਹਾਣੀ ਸਮਝਾਉਂਦੇ ਹੋਏ ਦੱਸਣ ਲੱਗੇ, ਦੁਨੀ ਚੰਦ ਸੁਣ, ਅਸਲ ਗੱਲ ਇਸ ਤਰ੍ਹਾਂ ਹੈ ਕਿ ਤੁਹਾਡਾ ਪਰਿਵਾਰ ਮਾਸ ਖਾਂਦਾ ਸੀ। ਅੰਤ ਵੇਲੇ ਜਦੋਂ ਤੇਰਾ ਪਿਓ ਬਿਮਾਰ ਪਿਆ ਸੀ ਤੇ ਬਿਸਤਰੇ 'ਤੇ ਮਰਨ ਕਿਨਾਰੇ ਪਿਆ ਹੋਇਆ ਸੀ ਤਾਂ ਤੁਹਾਡੇ ਘਰ ਮਾਸ ਰਿੱਝ ਰਿਹਾ ਸੀ ਅਤੇ ਉਸਨੂੰ ਚੰਗੀ ਤਰ੍ਹਾਂ ਤਲ ਭੁਣ ਕੇ ਤੜਕਾ ਲਾਇਆ ਜਾ ਰਿਹਾ ਸੀ। ਉਸ ਦੀ ਵਾਸ਼ਨਾ ਤੁਹਾਡੇ ਸਾਰੇ ਘਰ ਵਿੱਚ ਫੈਲੀ ਹੋਈ ਸੀ ਅਤੇ ਤੁਹਾਡੇ ਪਿਤਾ ਦੀਆਂ ਨਾਸਾਂ ਵਿੱਚ ਮਰਦੇ ਸਮੇਂ ਉਹ ਵਾਸ਼ਨਾ ਗਈ। ਉਸ ਦੀ ਮਰਦੇ ਹੋਏ ਦੀ ਸਵਾਦਿਕ ਵਾਸ਼ਨਾ ਜਾਗ ਪਈ ਕਿ ਹਾਏ, ਮੈਂ ਕਿਵੇਂ ਬੜੇ ਸ਼ੌਂਕ ਨਾਲ ਮਾਸ ਖਾਂਦਾ ਸੀ। ਮਾਸ ਮੈਨੂੰ ਬੜਾ ਸਵਾਦ ਲੱਗਦਾ ਹੁੰਦਾ ਸੀ, ਪਰ ਹੁਣ ਬਿਮਾਰੀ ਕਾਰਨ ਮੇਰੇ ਕੋਲੋਂ ਇਹ ਮਾਸ ਖਾਧਾ ਨਹੀਂ ਜਾਂਦਾ। ਹੁਣ ਮੈਂ ਇਸ ਦਾ ਸਵਾਦ ਕਿਵੇਂ ਮਾਣਾਂ? ਇਸੇ ਸੋਚ ਵਿੱਚ ਉਸ ਦੇ ਪ੍ਰਾਣ ਨਿਕਲ ਗਏ। ਇਸੇ ਵਾਸ਼ਨਾ ਕਰਕੇ ਉਸ ਨੂੰ ਅਗਲਾ ਜਨਮ ਬਘਿਆੜ ਦਾ ਲੈਣਾ ਪਿਆ ਅਤੇ ਉਹ ਸਾਰੀ ਉਮਰ ਮਾਸ ਖਾਂਦਾ ਰਿਹਾ। ਅਖੀਰ ਹੁਣ ਬੁੱਢਾ ਹੋਣ ਕਰਕੇ ਖਾਣ ਲਈ ਮਾਸ ਪ੍ਰਾਪਤ ਨਹੀਂ ਕਰ ਸਕਿਆ ਅਤੇ ਭੁੱਖਾ ਜੰਗਲ ਵਿੱਚ ਪਿਆ ਤੜਫ ਰਿਹਾ ਹੈ। ਗੁਰੂ ਜੀ ਨੇ ਦੁਨੀ ਚੰਦ ਨੂੰ ਕਿਹਾ, ਜਾ ਇੱਥੋਂ 5 ਕੋਹ ਦੂਰ ਫਲਾਣੇ ਜੰਗਲ ਵਿੱਚ ਫਲਾਣੀ ਜਗ੍ਹਾ 'ਤੇ ਤੇਰਾ ਪਿਓ ਪਿੰਜਰ ਬਣ ਕੇ ਤੜਫ ਰਿਹਾ ਹੈ। ਉਸ ਦੇ ਸਵਾਸ ਨਿਕਲ ਕੇ ਉਸ ਦੀ ਗਤੀ ਨਹੀਂ ਹੋ ਰਹੀ। ਜਾ ਉਸ ਉੱਤੇ ਸਾਡੀ ਇਹ ਦੱਸੀ ਹੋਈ ਉਪਦੇਸ਼ ਵਾਲੀ ਦ੍ਰਿਸ਼ਟੀ ਪਾਈ
ਤਾਂ ਜੋ ਉਹ ਆਪਣਾ ਸਰੀਰ ਛੱਡ ਕੇ ਫਿਰ ਮਾਨਸ ਜਨਮ ਵਿੱਚ ਆ ਸਕੇ। ਦੁਨੀ ਚੰਦ ਠੀਕ ਉਸੇ ਜਗ੍ਹਾ 'ਤੇ ਜਾ ਕੇ ਦੇਖਦਾ ਕਿ ਇੱਕ ਦੁਬਲਾ ਪਤਲਾ ਪਿੰਜਰ ਬਣਿਆ ਬਘਿਆੜ ਧਰਤੀ 'ਤੇ ਪਿਆ ਤੜਫ ਰਿਹਾ ਹੈ। ਜਦੋਂ ਦੁਨੀ ਚੰਦ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰ ਕੇ ਉਸ ਵੱਲ ਦੇਖਿਆ ਤਾਂ ਉਸ ਬਘਿਆੜ ਦੇ ਸਵਾਸ ਨਿਕਲ ਗਏ। ਦੁਨੀ ਚੰਦ ਇੰਨਾ ਹੈਰਾਨ ਹੋਇਆ ਕਿ ਉਸ ਨੂੰ ਦੁਨਿਆਵੀ ਸੁੱਧ ਬੁੱਧ ਭੁੱਲ ਗਈ। ਉਸ ਨੇ ਬਘਿਆੜ ਦੇ ਸਰੀਰ ਵਿੱਚੋਂ ਇੱਕ ਸੂਖਸ਼ਮ ਸਰੀਰ ਮਤਲਬ ਉਸਦੀ ਆਤਮਾ ਅਸਮਾਨ ਨੂੰ ਚੜ੍ਹਦੀ ਹੋਈ ਦੇਖੀ। ਇਸ ਤਰ੍ਹਾਂ ਉਹ ਬਘਿਆੜ ਮਰ ਗਿਆ ਅਤੇ ਉਸਦੀ ਗਤੀ ਹੋ ਗਈ। ਦੁਨੀ ਚੰਦ ਨੇ ਆ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਤੇ ਢਹਿ ਕੇ ਅੱਥਰੂ ਵਗਾਉਣੇ ਸ਼ੁਰੂ ਕਰ ਦਿੱਤੇ। ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਚੁੱਕਿਆ ਅਤੇ ਦੁਨੀ ਚੰਦ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਜੀ, ਮੇਰੇ ਪਿਤਾ ਜੀ ਤਾਂ ਬੜੇ ਧਰਮੀ ਅਤੇ ਦਾਨੀ ਸਨ ਅਤੇ ਦੂਸਰਿਆਂ ਦੀ ਬਹੁਤ ਸਹਾਇਤਾ ਕਰਦਾ ਸੀ, ਫਿਰ ਉਸ ਨੂੰ ਬਘਿਆੜ ਦੀ ਜੂਨੀ ਕਿਉਂ ਪੈਣਾ ਪਿਆ? ਗੁਰੂ ਜੀ ਨੇ ਕਿਹਾ, ਦੁਨੀ ਚੰਦ, ਮਰਨ ਵੇਲੇ ਜਦੋਂ ਆਦਮੀ ਆਤਮ ਸਵਾਸਾਂ 'ਤੇ ਹੁੰਦਾ ਹੈ ਤਾਂ ਉਸ ਵੇਲੇ ਉਸ ਨੂੰ ਜੋ ਖਿਆਲ ਆਵੇ ਉਸ ਅਨੁਸਾਰ ਹੀ ਉਸ ਨੂੰ ਅਗਲਾ ਜਨਮ ਮਿਲਦਾ ਹੈ। ਜੇ ਮਰਨ ਵੇਲੇ ਪ੍ਰਭੂ ਚਿਤਾਵੇ ਤਾਂ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਪਰ ਮਰਨ ਵੇਲੇ ਇਨਸਾਨ ਨੂੰ ਉਸ ਅਨੁਸਾਰ ਹੀ ਖਿਆਲ ਆਉਂਦੇ ਹਨ ਜੋ ਕੰਮ ਉਸਨੇ ਜ਼ਿੰਦਗੀ ਭਰ ਕੀਤੇ ਹੋਣ। ਇਸ ਲਈ ਸਾਨੂੰ ਜ਼ਿੰਦਗੀ ਭਰ ਪ੍ਰਭੂ ਦੇ ਗੁਣ ਗਾਉਣੇ ਚਾਹੀਦੇ ਹਨ ਤਾਂ ਕਿ ਮਰਨ ਸਮੇਂ ਵੀ ਪ੍ਰਭੂ ਚੇਤੇ ਆਵੇ ਅਤੇ ਅਸੀਂ ਮੁਕਤ ਹੋ ਜਾਈਏ। ਗੁਰੂ ਜੀ ਦੇ ਇਹ ਬਚਨ ਸੁਣ ਕੇ ਦੁਨੀ ਚੰਦ ਨੇ ਆਪਣੇ ਪਾਰ ਉਤਾਰੇ ਲਈ ਗੁਰੂ ਜੀ ਨੂੰ ਕੋਈ ਯੁਕਤੀ ਦੱਸਣ ਲਈ ਬੇਨਤੀ ਕੀਤੀ। ਦੁਨੀ ਚੰਦ ਬੜਾ ਧਨਾਢ ਸੀ। ਉਸ ਨੇ ਬੇਅੰਤ ਮਾਇਆ ਇਕੱਠੀ ਕੀਤੀ ਹੋਈ ਸੀ। ਗੁਰੂ ਜੀ ਨੇ ਉਸ ਨੂੰ ਮਾਇਆ ਵਿੱਚੋਂ ਦਾਨ ਪੁੰਨ ਕਰਨ ਲਈ ਕਿਹਾ, ਪਰ ਉਹ ਆਖਣ ਲੱਗਾ ਕਿ ਮੈਂ ਇਹ ਮਾਇਆ ਬੜੀ ਮਿਹਨਤ ਨਾਲ ਕਮਾਈ ਹੈ, ਮੈਂ ਇਹਨੂੰ ਕਿਵੇਂ ਲੋਕਾਂ ਵਿੱਚ ਵੰਡ ਸਕਦਾ? ਗੁਰੂ ਜੀ ਨੇ ਉਸ ਨੂੰ ਸਮਝਾਉਣ ਲਈ ਇੱਕ ਯੁਕਤ ਵਰਤੀ। ਗੁਰੂ ਜੀ ਨੇ ਉਸ ਨੂੰ ਇੱਕ ਸੂਈ ਦੇ ਕੇ ਕਿਹਾ ਕਿ ਇਹ ਸੰਭਾਲ ਕੇ ਰੱਖਣੀ, ਅਸੀਂ ਅਗਲੇ ਜਹਾਨ ਵਿੱਚ ਤੇਰੇ ਕੋਲ ਲੈਣ ਆਵਾਂਗੇ, ਇਹ ਬੜੀ ਕੀਮਤੀ ਹੈ। ਦੁਨੀ ਚੰਦ ਬੜਾ ਭੋਲਾ ਸੀ। ਉਸ ਨੇ ਆਪਣੀ ਘਰਵਾਲੀ ਨੂੰ ਆ ਕੇ ਉਹ ਸੂਈ ਦੇ ਦਿੱਤੀ ਅਤੇ ਕਿਹਾ, ਭਲੀਏ ਲੋਕੇ, ਇਹ ਇੱਕ ਮਹਾਨ ਮਹਾਂਪੁਰਸ਼ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਹੋਈ ਹੈ, ਸੰਭਾਲ ਕੇ ਰੱਖਣੀ, ਅਗਲੇ ਜਹਾਨ ਵਿੱਚ ਇਹ ਮੈਂ ਉਹਨਾਂ ਨੂੰ ਵਾਪਸ ਦੇਣੀ ਹੈ। ਉਸ ਦੀ ਘਰਵਾਲੀ ਬੜੀ ਸੂਝਵਾਨ ਅਤੇ ਸਮਝਦਾਰ ਸੀ। ਉਸਨੇ ਕਿਹਾ, ਪਤੀ ਦੇਵ ਜੀ, ਆਪਾਂ ਖਾਲੀ ਹੱਥ ਅਤੇ ਨੰਗੇ ਹੀ ਇੱਥੇ ਆਏ ਸੀ ਅਤੇ ਖਾਲੀ ਹੱਥ ਅਤੇ ਨੰਗੇ ਹੀ ਇੱਥੋਂ ਚਲੇ ਜਾਣਾ ਹੈ, ਫਿਰ ਤੁਸੀਂ ਇਹ ਸੂਈ ਕਿਵੇਂ ਨਾਲ ਲੈ ਕੇ ਜਾਵੋਗੇ? ਫਿਰ ਇਸ ਵਿੱਚ ਜ਼ਰੂਰ ਉਹਨਾਂ ਦੀ ਕੋਈ ਗੂੜ੍ਹ ਰਮਝ ਹੈ। ਜਾਓ, ਜਾ ਕੇ ਉਹਨਾਂ ਦੇ ਚਰਨੀ ਪੈ ਕੇ ਉਹਨਾਂ ਨੂੰ ਆਖੋ ਕਿ ਮਹਾਰਾਜ ਜੀ, ਮੈਂ ਇਹ ਸੂਈ ਕਿਵੇਂ ਲਿਜਾ ਸਕਦਾ ਹਾਂ? ਭੋਲੇ ਭਾਲੇ ਦੁਨੀ ਚੰਦ ਨੇ ਜਾ ਕੇ ਗੁਰੂ ਜੀ ਦੇ ਚਰਨ ਪਕੜ ਲਏ ਅਤੇ ਕਿਹਾ, ਮਹਾਰਾਜ ਜੀ, ਇਸ ਸੰਸਾਰ ਵਿੱਚੋਂ ਕੁਝ ਵੀ ਨਾਲ ਨਹੀਂ ਲਿਜਾਇਆ ਜਾ ਸਕਦਾ। ਇਨਸਾਨ ਖਾਲੀ ਹੱਥ ਆਉਂਦਾ ਹੈ ਅਤੇ ਅੰਤ ਵਿੱਚ ਖਾਲੀ ਹੱਥ ਇੱਥੋਂ ਜਾਂਦਾ ਹੈ, ਫਿਰ ਮੈਂ ਆਪ ਜੀ ਦੀ ਦਿੱਤੀ ਹੋਈ ਇਹ ਸੂਈ ਕਿਵੇਂ ਲਿਜਾ ਸਕਦਾ ਹਾਂ? ਇਹ ਸੁਣ ਕੇ ਗੁਰੂ ਜੀ ਮੁਸਕਰਾਏ ਅਤੇ ਕਹਿਣ ਲੱਗੇ, ਦੁਨੀ ਚੰਦ, ਇਹ ਜੋ ਤੇਰੇ ਮਹਲ 'ਤੇ 7 ਝੰਡੇ ਝੂਲਦੇ ਹਨ, ਇਹ ਕਾਹਦੇ ਲਈ ਹਨ? ਦੁਨੀ ਚੰਦ, ਮਹਾਰਾਜ ਜੀ, ਮੈਨੂੰ 7 ਲੱਖ ਰੁਪਏ ਸਾਲਾਨਾ ਆਮਦਨ ਹੁੰਦੀ ਹੈ ਅਤੇ ਇਹ 7 ਝੰਡੇ 7 ਲੱਖ ਰੁਪਏ ਦੀ ਆਮਦਨ ਦੇ ਪ੍ਰਤੀਕ ਹਨ। ਗੁਰੂ ਜੀ, ਕੀ ਇਹ 7 ਲੱਖ ਤੇਰੇ ਨਾਲ ਚਲੇ ਜਾਣਗੇ? ਦੁਨੀ ਚੰਦ, ਥੋੜ੍ਹਾ ਹੈਰਾਨ ਅਤੇ ਗੰਭੀਰ ਹੋ ਕੇ, ਨਹੀਂ ਮਹਾਰਾਜ ਜੀ, ਜੇ ਇੱਕ ਸੂਈ ਨਹੀਂ ਜਾ ਸਕਦੀ ਤਾਂ ਫਿਰ ਇਹ ਕਿਵੇਂ ਜਾ ਸਕਦੇ ਨੇ? ਗੁਰੂ ਜੀ, ਦੁਨੀ ਚੰਦ, ਜਿਸ ਚੀਜ਼ ਦੇ ਨੇ ਨਾਲ ਹੀ ਨਹੀਂ ਨਿਭਣਾ, ਜਿਸ ਨੂੰ ਇੱਕ ਦਿਨ ਛੱਡ ਜਾਣਾ ਹੈ, ਜਿਸ ਨਾਲ ਨਹੀਂ ਜਾਣਾ, ਉਸ ਚੀਜ਼ ਨਾਲ ਇੰਨਾ ਮੋਹ ਕਿਉਂ? ਇਸ ਮਾਇਆ ਨੂੰ ਪਰਉਪਕਾਰ ਦੇ ਕੰਮਾਂ 'ਤੇ ਲਾ ਦੇ, ਇਸ ਨਾਲ ਪ੍ਰਭੂ ਪ੍ਰਸੰਨ ਹੋਏਗਾ ਅਤੇ ਤੇਰਾ ਲੋਕ ਪਰਲੋਕ ਵਿੱਚ ਭਲਾ। ਦੁਨੀ ਚੰਦ ਭੋਲਾ ਅਤੇ ਦਿਲ ਦਾ ਸਾਫ਼ ਸੀ। ਉਸਨੇ ਕਿਹਾ, ਗੁਰੂ ਜੀ, ਮੈਂ ਆਪਣੀ ਘਰਵਾਲੀ ਦੀ ਸਲਾਹ ਲੈ ਲਵਾਂ। ਜਦੋਂ ਉਸਨੇ ਆਪਣੀ ਘਰਵਾਲੀ ਨੂੰ ਦੱਸਿਆ ਕਿ ਗੁਰੂ ਜੀ ਕਹਿੰਦੇ ਹਨ ਕਿ ਉਹ 7 ਲੱਖ ਰੁਪਏ ਪਰਉਪਕਾਰ ਦੇ ਕੰਮਾਂ ਦੇ ਲਾ ਦੇਵੇ, ਇਸ ਨਾਲ ਪ੍ਰਭੂ ਪ੍ਰਸੰਨ ਹੋ ਜਾਏਗਾ ਅਤੇ ਉਹਨਾਂ ਦਾ ਲੋਕ ਪਰਲੋਕ ਸੰਵਰ ਜਾਏਗਾ। ਉਸ ਦੀ ਘਰਵਾਲੀ ਬੜੀ ਸਮਝਦਾਰ ਅਤੇ ਧਰਮੀ ਸੀ। ਉਹ ਆਖਣ ਲੱਗੀ,
ਇਹ ਤਾਂ ਬੜਾ ਸਸਤਾ ਸੌਦਾ ਹੈ। ਲੋਕੀ ਤਾਂ ਜੀਵਨ ਭਰ ਤੀਰਥਾਂ ਦੀ ਯਾਤਰਾ ਕਰਦੇ ਰਹਿੰਦੇ ਹਨ ਅਤੇ ਕਰੜੀ ਭਗਤੀ ਵੀ ਕਰਦੇ ਹਨ, ਪਰ ਫਿਰ ਵੀ ਉਹਨਾਂ ਨੂੰ ਮੁਕਤੀ ਨਹੀਂ ਮਿਲਦੀ। ਜੇ ਗੁਰੂ ਜੀ ਦਾ ਇਹ ਬਚਨ ਮੰਨ ਕੇ ਅਸੀਂ ਪਰਉਪਕਾਰ ਲਈ 7 ਲੱਖ ਲਾ ਕੇ ਇਲਾਹੀ ਜੋਤ ਗੁਰੂ ਜੀ ਦੀ ਖੁਸ਼ੀ ਦੇ ਭਾਗੀਦਾਰ ਬਣ ਸਕਦੇ ਹਾਂ ਤਾਂ ਸਾਨੂੰ ਹੋਰ ਕੀ ਚਾਹੀਦਾ ਹੈ। ਮਹਾਂਪੁਰਸ਼ਾਂ ਦੇ ਬਚਨ ਕਮਾਉਣੇ ਤਾਂ ਬੜੇ ਦੁਰਲਭ ਹੁੰਦੇ ਹਨ, ਜਿਸ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਦੁਨੀ ਚੰਦ ਗੁਰੂ ਜੀ ਕੋਲ ਗਿਆ ਅਤੇ ਉਸਨੇ ਆਪਣੀ ਘਰਵਾਲੀ ਨਾਲ ਹੋਈ ਸਾਰੀ ਵਾਰਤਾ ਗੁਰੂ ਜੀ ਨੂੰ ਦੱਸੀ ਅਤੇ ਗੁਰੂ ਜੀ ਦੇ ਬਚਨਾਂ ਅਨੁਸਾਰ ਆਪਣੀ ਮਾਇਆ ਪਰਉਪਕਾਰਾਂ 'ਤੇ ਲਾਉਣੀ ਸ਼ੁਰੂ ਕਰ ਦਿੱਤੀ। ਗੁਰੂ ਨਾਨਕ ਦੇਵ ਜੀ ਨੇ ਉਸ ਦੀ ਘਰਵਾਲੀ ਨੂੰ ਆਪਣੇ ਕੋਲ ਬੁਲਾਇਆ ਅਤੇ ਦੋਨਾਂ ਦੇ ਸਿਰ 'ਤੇ ਹੱਥ ਰੱਖ ਕੇ ਕਿਹਾ, ਪ੍ਰਭੂ ਦਾ ਨਾਮ ਜਪੋ ਅਤੇ ਪਰਉਪਕਾਰ ਮਤਲਬ ਚੰਗੇ ਕੰਮਾਂ ਦੇ ਲਈ ਹਰ ਸਮੇਂ ਤਤਪਰ ਰਹੋ, ਤਿਆਰ ਰਹੋ। ਇਵੇਂ ਪ੍ਰਭੂ ਦੀ ਪ੍ਰਸੰਨਤਾ ਮਿਲੇਗੀ ਅਤੇ ਆਵਾਗਮਨ ਮੁੱਕ ਜਾਏਗਾ ਅਤੇ ਪ੍ਰਭੂ ਵਿੱਚ ਅਭੇਦਤਾ ਹੋ ਜਾਏਗੀ। ਦੁਨੀ ਚੰਦ ਨੇ ਗੁਰੂ ਜੀ ਦੇ ਹੁਕਮ ਅਨੁਸਾਰ 7 ਲੱਖ ਰੁਪਇਆ ਪਰਉਪਕਾਰ 'ਤੇ ਲਾ ਦਿੱਤਾ। ਉਸ ਦਾ ਧਿਆਨ ਪ੍ਰਭੂ ਭਗਤੀ ਵਿੱਚ ਲੱਗ ਗਿਆ। ਅਗਲੇ ਸਾਲ ਉਸ ਦੀ ਆਮਦਨ 10 ਲੱਖ ਹੋ ਗਈ। ਉਹ ਪਰਉਪਕਾਰ 'ਤੇ ਲਾਈ ਅਤੇ ਆਮਦਨ 15 ਲੱਖ ਹੋ ਗਈ। ਜਿਉਂ-ਜਿਉਂ ਉਹ ਪਰਉਪਕਾਰ ਕਰਦਾ ਗਿਆ, ਹਰ ਸਾਲ ਆਮਦਨ ਵੱਧਦੀ ਗਈ। ਨਾਮ ਬਾਣੀ ਸਿਮਰ ਕੇ ਮਾਇਆ ਤੋਂ ਤਿਆਗੀ ਬੈਰਾਗੀ ਹੋ ਕੇ ਇੰਨੀ ਉੱਚੀ ਅਵਸਥਾ ਹੋ ਗਈ ਕਿ ਗੁਰੂ ਜੀ ਨੇ ਉਸ ਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਪ੍ਰਚਾਰਕ ਥਾਪਿਆ। ਦੁਨੀ ਚੰਦ ਦਾ ਸਰਕਾਰ ਵਿੱਚ ਭਾਵ ਵਕਤ ਦੀ ਹਕੂਮਤ ਵਿੱਚ ਵੀ ਇੰਨਾ ਜ਼ਿਆਦਾ ਬੋਲਬਾਲਾ ਹੋ ਗਿਆ ਕਿ ਹਕੂਮਤ ਨੇ ਉਸ ਨੂੰ ਨਵਾਬੀ ਦਾ ਖਿਤਾਬ ਬਖਸ਼ ਦਿੱਤਾ ਅਤੇ ਉਹ ਆਪਣੇ ਇਲਾਕੇ ਵਿੱਚ ਕਚਹਿਰੀ ਲਾ ਕੇ ਇਨਸਾਫ ਕਰੇ। ਇਸ ਤਰ੍ਹਾਂ ਪਿਆਰੇ ਬੱਚਿਓ, ਜੇ ਤੁਸੀਂ ਵੀ ਸਾਰੇ ਦਸਵੰਧ ਕੱਢੋਗੇ ਅਤੇ ਨਾਮ ਬਾਣੀ ਸਿਮਰਨ ਕਰੋਗੇ ਤਾਂ ਫਿਰ ਤੁਸੀਂ ਆਪ ਹੀ ਇਹ ਚਮਤਕਾਰ ਦੇਖ ਲਵੋਗੇ ਕਿ ਤੁਸੀਂ ਦੁਨੀਆ ਵਿੱਚ ਕਿੰਨੀ ਤਰੱਕੀ ਕਰਦੇ ਹੋ। ਸੋ ਇਹ ਤੁਹਾਡੀ ਸਾਖੀ ਸੀ ਜੋ ਕਿ ਇੱਕ ਦੁਨੀ ਚੰਦ ਦੇ ਬਾਰੇ ਵਿੱਚ ਸੀ ਅਤੇ ਜਿਸ ਨੂੰ ਵਹਿਮ ਭਰਮ ਵਿੱਚੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਇਲਾਹੀ ਕੌਤਕ ਦਿਖਾ ਕੇ ਕੱਢਿਆ। ਸੋ ਤੁਹਾਡੇ ਸਾਹਮਣੇ ਹੁਣ ਇੱਥੇ 4 ਪ੍ਰਸ਼ਨ ਹਨ ਜਿਨ੍ਹਾਂ ਦਾ ਉੱਤਰ ਤੁਸੀਂ ਖੁਦ ਸਾਖੀ ਵਿੱਚੋਂ ਲੱਭੋਗੇ। ਸੋ ਪਹਿਲਾ ਤੁਹਾਡਾ ਪ੍ਰਸ਼ਨ ਹੈ, ਦੁਨੀ ਚੰਦ ਨੇ ਬ੍ਰਾਹਮਣਾਂ ਤੇ ਸਾਧੂ ਸੰਤਾਂ ਨੂੰ ਪ੍ਰਸ਼ਾਦਾ ਕਿਸ ਖਿਆਲ ਨਾਲ ਛਕਾਇਆ। ਉਹ ਕੀ ਸੋਚਦਾ ਸੀ ਕਿ ਮੈਂ ਜਿਹੜਾ ਪ੍ਰਸ਼ਾਦਾ ਛਕਾਊਂਗਾ ਤਾਂ ਕੀ ਹੋਏਗਾ। ਪ੍ਰਸ਼ਨ ਦੂਜਾ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀ ਚੰਦ ਨੂੰ ਕਿਵੇਂ ਸਮਝਾਇਆ ਕਿ ਬ੍ਰਾਹਮਣਾਂ ਨੂੰ ਖਵਾਏ ਭੋਜਨ ਉਸਦੇ ਪਿਤਾ ਨੂੰ ਨਹੀਂ ਮਿਲੇ। ਤੀਸਰਾ ਪ੍ਰਸ਼ਨ, ਅਗਲੇ ਜਹਾਨੇ ਅਸੀਂ ਕੀ ਕੁਝ ਨਾਲ ਲੈ ਕੇ ਜਾ ਸਕਦੇ ਹਾਂ ਅਤੇ ਕਿਵੇਂ। ਚੌਥਾ, ਗੁਰੂ ਜੀ ਨੇ ਦੁਨੀ ਚੰਦ ਨੂੰ ਸੂਈ ਦੇ ਕੇ ਕੀ ਕਿਹਾ। ਦੁਨੀ ਚੰਦ ਨੇ ਇਹ ਸੂਈ ਕਿਉਂ ਮੋੜ ਦਿੱਤੀ। ਗੁਰੂ ਜੀ ਨੇ ਉਸ ਨੂੰ ਕੀ ਉਪਦੇਸ਼ ਦਿੱਤਾ। ਸੋ ਇਹ ਸਾਡੀ ਸਾਖੀ ਸੀ। ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਖੀ ਪੂਰੇ ਧਿਆਨ ਨਾਲ ਸੁਣੀ ਹੋਵੇਗੀ ਅਤੇ ਸਾਰੇ ਪ੍ਰਸ਼ਨ ਦੇ ਉੱਤਰ ਲੱਭ ਸਕੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।